TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਕੁਝ ਉਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਜਿਨ੍ਹਾਂ ਨੂੰ ਆਧਾਰ ਬਣਾ ਕੇ ਅੱਜ ਦੇ ਪ੍ਰੋਗਰਾਮ ਦੌਰਾਨ ਟਿੱਪਣੀਆਂ ਕਰਾਂਗੇ ਤੇ ਉਹਨਾਂ ਦਾ ਵਿਸਥਾਰ ਸਾਂਝਾ ਕਰਾਂਗੇ। ਆਸਟ੍ਰੇਲੀਆ ਵਿੱਚ 4 ਪੁਲਿਸ ਅਫਸਰਾਂ ਤੇ ਟਰੱਕ ਚੜਾਉਣ ਵਾਲੇ ਭਾਰਤੀ ਮੂਲ ਦੇ ਡਰਾਈਵਰ ਨੂੰ ਹੋਈ 22 ਸਾਲ ਦੀ ਕੈਦ। ਕਿਸ਼ਤੀ ਡੁੱਬਣ ਕਾਰਨ 42 ਯਮਨੀਆਂ ਦੀ ਹੋਈ ਮੌਤ। ਕਰੋਨਾ ਦਾ ਖਾਤਮਾ ਕਰੇਗੀ ਹੁਣ ਇੱਕ ਮਾਈਕਰੋਚਿਪ। ਪੰਜਾਬੀ ਮਾਂ ਬੋਲੀ ਦਾ ਸਪੂਤ ਜੁਨੈਦ ਅਕਰਮ ਫੌਤ। ਮੋਦੀ ਦੇ ਫੈਸਲੇ ਤੋਂ ਖੁਸ਼ ਹੋਏ ਕਾਂਗਰਸ ਅਤੇ ਕੇਜਰੀਵਾਲ। ਕਰੋਨਾ ਦਾ ਖੌਫਨਾਕ ਕਹਿਰ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੰਸਕਾਰ ਲਈ ਕਰਨਾ ਪੈ ਰਿਹਾ ਹੈ ਘੰਟਿਆਂ ਬੱਧੀ ਇੰਤਜ਼ਾਰ। ਢੀਂਡਸਾ ਅਤੇ ਬ੍ਰਹਮਪੁਰਾ ਬਣਾਉਣਗੇ ਨਵੀਂ ਪਾਰਟੀ। IG ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ ਇੱਕ ਹੋਰ ਧਮਾਕਾ। ਬਾਈਬਲ ਕਲਾਂ ਗੋਲੀ ਕਾਂਡ ਪੰਜਾਬ ਸਰਕਾਰ ਲਈ ਪਰਖ ਦੀ ਘੜੀ। ਅਤੇ ਲਹਿਰਾ ਗਾਗਾ ਨੇੜਲੇ ਪਿੰਡ ਪੁਟਾਲ ਕਲਾਂ ਦੇ ਇੱਕ ਕਿਸਾਨ ਦੀ ਸੰਘਰਸ਼ ਲੇਖੇ ਲੱਗੀ ਜਿੰਦ। ਦੋਸਤੋ, ਇਹਨਾਂ ਕੁਝ ਖਬਰਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰਾਂਗੇ, ਟਿੱਪਣੀਆਂ ਕਰਾਂਗੇ, ਪਰ ਉਹਦੇ ਤੋਂ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ, ਤੁਹਾਨੂੰ ਸਭਨਾਂ ਨੂੰ ਅਪੀਲ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਖਬਰਾਂ ਵੱਲ ਨੂੰ, ਉਹਨਾਂ ਦੇ ਵਿਸਥਾਰ ਵੱਲ ਨੂੰ ਹੋਈਏ। ਆਸਟ੍ਰੇਲੀਆ ਦੇ ਵਿੱਚ ਭਾਰਤੀ ਮੂਲ ਦਾ ਇੱਕ 48 ਵਰ੍ਹਿਆਂ ਦਾ ਡਰਾਈਵਰ, ਜੀ ਹਾਂ 48 ਵਰ੍ਹਿਆਂ ਦਾ ਡਰਾਈਵਰ, ਉਸਨੇ ਬੀਤੇ ਵਰੇ 4 ਪੁਲਿਸ ਅਫਸਰਾਂ ਦੇ ਉੱਤੇ ਟਰੱਕ ਚੜਾ ਦਿੱਤਾ ਸੀ ਅਤੇ 4 ਦੇ ਕਤਲ ਦੇ ਇਲਜ਼ਾਮ ਉਸ 'ਤੇ ਸਿਰ ਸਨ ਤੇ ਅੱਜ ਉਸ ਨੂੰ ਜੇਲ੍ਹ ਦੇ ਵਿੱਚ 22 ਵਰ੍ਹਿਆਂ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਇਹ ਘਟਨਾ ਬੀਤੇ ਵਰੇ ਮੈਲਬੌਰਨ ਦੇ ਈਸਟਰਨ ਫਰੀਵੇ ਤੇ ਵਾਪਰੀ ਸੀ। ਹਾਦਸੇ ਦੇ ਵੇਲੇ ਟਰੱਕ ਡਰਾਈਵਰ ਨਸ਼ੇ ਵਿੱਚ ਧੁੱਤ ਸੀ ਅਤੇ ਉਹ ਉਨੀਂਦਰਾ ਵੀ ਸੀ। ਵਿਕਟੋਰੀਆ ਦੀ ਸੁਪਰੀਮ ਕੋਰਟ ਨੇ 48 ਵਰ੍ਹਿਆਂ ਦੇ ਮਹਿੰਦਰ ਸਿੰਘ ਨੂੰ ਇਹ ਸਜ਼ਾ ਸੁਣਾ ਦਿੱਤੀ ਹੈ। ਘਟਨਾ ਦੇ ਸਮੇਂ ਅਦਾਲਤ ਵਿੱਚ ਦੱਸਿਆ ਗਿਆ ਕਿ ਜਿੱਥੇ ਉਹ ਥੱਕਿਆ ਹੋਇਆ ਸੀ, ਉਨੀਂਦਰਾ ਸੀ, ਉੱਥੇ ਉਹ ਨਸ਼ੇ ਦੇ ਵਿੱਚ ਵੀ ਧੁੱਤ ਸੀ। ਘਟਨਾ ਤੋਂ ਪਹਿਲਾਂ ਉਹ ਨਸ਼ੀਲੇ ਪਦਾਰਥਾਂ ਦਾ ਸੌਦਾ ਕਰਨ ਵਾਸਤੇ ਵੀ ਰਸਤੇ ਵਿੱਚ ਰੁਕਿਆ ਸੀ। ਜਾਣਕਾਰੀ ਦੇ ਮੁਤਾਬਕ ਹਾਦਸੇ ਦੇ ਵਿੱਚ ਕਾਂਸਟੇਬਲ ਲੀਅਰ ਟੇਲਰ, ਸੀਨੀਅਰ ਕਾਂਸਟੇਬਲ ਕੇਵਨ ਕਿੰਗ ਅਤੇ ਕਾਂਸਟੇਬਲ ਗਲੈਨ ਹੰਫਿਸ ਅਤੇ ਜੋਸ਼ ਪ੍ਰਿਸਟਨੇ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ 22 ਸਾਲ ਦੀ ਜੇਲ੍ਹ ਦੀ ਉਸ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ, ਪਰ 18 ਸਾਲ ਤੱਕ ਉਹ ਪੈਰੋਲ ਵਾਸਤੇ ਅਰਜ਼ੀ ਨਹੀਂ ਦੇ ਸਕੇਗਾ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਉਹਦੇ ਉੱਤੇ ਦੋਸ਼ ਲੱਗਿਆ ਸੀ। ਓਵਰ ਸਪੀਡ ਵੀ ਜਾ ਰਿਹਾ ਸੀ। ਇੱਕ ਚਸ਼ਮਦੀਦ ਨੇ ਇਹ ਆਖਿਆ ਸੀ ਕਿ ਇੰਜ ਜਾਪ ਰਿਹਾ ਸੀ ਜਿਵੇਂ ਉਹ ਕਿਸੇ ਦਾ ਕਤਲ ਕਰਨ ਵਾਸਤੇ ਜਾ ਰਿਹਾ ਹੋਵੇ। ਜਾਂਚਕਰਤਾਵਾਂ ਨੇ ਦੱਸਿਆ ਸੀ ਕਿ ਮਹਿੰਦਰ ਸਿੰਘ ਆਈਸ ਨਾਮਕ ਡਰੱਗ ਦਾ ਆਦੀ ਸੀ। ਹਾਦਸੇ ਤੋਂ ਪਹਿਲਾਂ 72 ਘੰਟਿਆਂ ਵਿੱਚੋਂ ਸਿਰਫ 5 ਘੰਟਿਆਂ ਤੱਕ ਉਸਨੇ ਆਰਾਮ ਕੀਤਾ ਸੀ ਤੇ 3 ਦਿਨਾਂ ਦੇ ਵਿੱਚ ਜ਼ਿਆਦਾਤਰ ਸਮਾਂ ਉਹਨੇ ਨਸ਼ੀਲੇ ਪਦਾਰਥਾਂ ਦਾ ਸੌਦਾ ਕਰਨ ਅਤੇ ਉਹਨਾਂ ਦੀ ਵਰਤੋਂ ਕਰਨ ਭਾਵ ਸੇਵਨ ਕਰਨ ਦੇ ਵਿੱਚ ਬਿਤਾਇਆ ਸੀ। 4 ਪੁਲਿਸ ਅਫਸਰਾਂ ਦਾ ਉਹ ਕਾਤਲ ਮੰਨਿਆ ਗਿਆ। 22 ਸਾਲ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ, ਕਿਤੇ 18 ਸਾਲ ਵਾਸਤੇ ਜ਼ਮਾਨਤ ਵਾਸਤੇ ਅਰਜ਼ੀ ਵੀ ਨਹੀਂ ਦੇ ਸਕੇਗਾ। ਤੇ ਅਗਲੀ ਖਬਰ ਹੈ ਜਿਹੜੀ, ਬਹੁਤ ਸਾਰੇ ਲੋਕ ਨੇ ਇੱਕ ਮੁਲਕ ਵਿੱਚੋਂ ਦੂਸਰੇ ਮੁਲਕ ਜਾਂਦੇ ਨੇ, ਕਈ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਵੀ ਜਾਂਦੇ ਹੈ। ਪਹਿਲਾਂ ਵੀ ਇਸ ਤਰ੍ਹਾਂ ਦੀਆਂ ਅਨੇਕਾਂ ਖਬਰਾਂ ਆਈਆਂ ਨੇ। ਉਹਨਾਂ ਵਿੱਚ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਵੀ ਹੋਈਆਂ ਨੇ ਜਿਹੜੇ ਰਸਤੇ ਦੇ ਵਿੱਚ ਗੈਰ ਕਾਨੂੰਨੀ ਜਾਂਦਿਆਂ ਕਿਸ਼ਤੀ ਵਿੱਚ ਬੈਠਦੇ ਪਰ ਸਮਰੱਥਾ ਤੋਂ ਵੱਧ ਬੈਠਣ ਦੇ ਕਾਰਨ ਮੌਤਾਂ ਹੋਈਆਂ। ਆਹ ਖਬਰ ਮਿਲ ਰਹੀ ਹੈ ਪੂਰਬੀ ਅਫਰੀਕਾ ਦੇ ਵਿੱਚੋਂ। ਪੂਰਬੀ ਅਫਰੀਕੀ ਮੁਲਕ ਹੈ ਜਿਬੌਤੀ, ਉਹਦੇ ਤੱਟੀ ਖੇਤਰ ਦੇ ਵਿੱਚ ਇੱਕ ਕਿਸ਼ਤੀ ਡੁੱਬੀ ਹੈ। ਉਸ ਵਿਚਲੇ ਸਵਾਰ ਘੱਟੋ ਘੱਟ 42 ਪ੍ਰਵਾਸੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ ਤੇ ਇਹਨਾਂ ਮ੍ਰਿਤਕਾਂ ਦੇ ਵਿੱਚ 14 ਬੱਚੇ ਵੀ ਦੱਸੇ ਜਾ ਰਹੇ ਨੇ। ਇੱਕ ਪ੍ਰਵਾਸੀ ਸੰਗਠਨ ਹੈ IOM ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ। ਉਹਨਾਂ ਦੇ ਬਿਆਨ ਦੇ ਮੁਤਾਬਕ ਤਸਕਰਾਂ ਦੀ ਇੱਕ ਕਿਸ਼ਤੀ ਸੋਮਵਾਰ ਦੀ ਸਵੇਰ ਜਬੌਤੀ ਦੇ ਤੱਟੀ ਖੇਤਰ ਵਿੱਚ ਡੁੱਬੀ ਹੈ। ਕਿਸ਼ਤੀ ਦੇ ਵਿੱਚ ਲਗਭਗ 60 ਪ੍ਰਵਾਸੀ ਸਵਾਰ ਸਨ ਅਤੇ ਉਹ ਹਿੰਸਾਗ੍ਰਸਤ ਯਮਨ ਛੱਡ ਕੇ ਜਬੌਤੀ ਜਾ ਰਹੇ ਸੀ। ਕਿਸ਼ਤੀ ਡੁੱਬਣ ਕਾਰਨ ਜਿੱਥੇ 42 ਲੋਕਾਂ ਦੀ ਮੌਤ ਹੋਈ ਹੈ, ਕੁਝ ਇੱਕ ਨੂੰ ਬਚਾ ਵੀ ਲਿਆ ਗਿਆ ਹੈ। ਕਿਸ਼ਤੀ ਡੁੱਬਣ ਦੇ ਕਾਰਨਾਂ ਦਾ ਭਾਵੇਂ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਜਾਣਕਾਰੀ ਇਹ ਜ਼ਰੂਰ ਦਿੱਤੀ ਗਈ ਹੈ ਕਿ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਲਗਭਗ 2343 ਤੋਂ ਜ਼ਿਆਦਾ
ਜਿਹੜੇ ਪ੍ਰਵਾਸੀ ਸਨ ਉਹ ਯਮਨ ਤੋਂ ਜਬੌਤੀ ਪਹੁੰਚੇ, ਜਦੋਂ ਕਿ ਫਰਵਰੀ ਮਹੀਨੇ ਵਿੱਚ ਇਹ ਗਿਣਤੀ ਸਿਰਫ 1900 ਸੀ। ਦੱਸਣਾ ਬਣਦਾ ਕਿ ਯਮਨ ਅਤੇ ਜਬੌਤੀ ਵਿਚਕਾਰ ਆਮ ਤੌਰ ਤੇ ਪ੍ਰਵਾਸੀ ਲੋਕ ਇੱਕ ਸਥਾਨ ਤੋਂ ਦੂਸਰੇ ਸਥਾਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜਾਣ ਦੀ, ਪਰ ਬਹੁਤ ਸਾਰੇ ਲੋਕਾਂ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ। ਅਗਲੀ ਖਬਰ ਹੈ, ਕਰੋਨਾ ਦਾ ਬੜਾ ਕਹਿਰ ਹੈ। 1,84,000 ਤੋਂ ਵੱਧ ਭਾਰਤ ਦੇ ਵਿੱਚ ਇੱਕ ਦਿਨ ਦੇ ਵਿੱਚ ਕਰੋਨਾ ਦੇ ਮਰੀਜ਼ ਸਾਹਮਣੇ ਆਏ ਹੈ। ਅਮਰੀਕਾ ਵਿੱਚ ਵੀ ਇੰਝ ਹੀ ਹੈ। ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿੱਚ ਇਸੇ ਤਰ੍ਹਾਂ ਦੀਆਂ ਖਬਰਾਂ ਮਿਲ ਰਹੀਆਂ ਨੇ। ਟੀਕਾਕਰਨ ਵੀ ਹੋਇਆ, ਕਈ ਕੰਪਨੀਆਂ ਨੇ ਟੀਕੇ ਵੀ ਬਣਾਏ ਹੈ, ਕਈਆਂ ਦੇ ਉੱਤੇ ਸਵਾਲੀਆ ਚਿੰਨ੍ਹ ਵੀ ਲੱਗੇ ਹੈ। ਟੀਕਾਕਰਨ ਵੀ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਹੈ, ਪਰ ਹੁਣ ਪਤਾ ਲੱਗਿਆ ਕਿ ਨਵੇਂ ਵੇਰੀਐਂਟ ਆ ਰਹੇ ਨੇ। ਕਹਿਰ ਕਰੋਨਾ ਦਾ ਵੱਧਦਾ ਜਾ ਰਿਹਾ ਹੈ। ਕਰੋਨਾ ਨੂੰ ਰੋਕਿਆ ਕਿਵੇਂ ਜਾਵੇ, ਇਹ ਕੋਸ਼ਿਸ਼ਾਂ ਤਮਾਮ ਮੁਲਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ। ਇਸੇ ਹੀ ਦਰਮਿਆਨ ਇੱਕ ਖਬਰ, ਹੋਰ ਵੱਡੀ ਖਬਰ ਮਿਲੀ ਹੈ ਕਿ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਦੇ ਵਿਗਿਆਨੀਆਂ ਨੇ ਇੱਕ ਮਾਈਕਰੋਚਿਪ ਤਿਆਰ ਕਰ ਲਈ ਹੈ। ਇਹ ਅਜਿਹੀ ਟੈਕਨੀਕ ਹੈ ਕਿ ਜਿਹੜੀ ਸਰੀਰ ਦੇ ਵਿੱਚ ਇਹ ਚਿਪ ਲਾਈ ਜਾਏਗੀ ਅਤੇ ਕਰੋਨਾ ਵਾਇਰਸ ਨੂੰ ਇਹ ਫਿਰ ਡਿਟੈਕਟ ਕਰੇਗੀ। ਇਸ ਮਾਈਕਰੋਚਿਪ ਨੂੰ ਲਾਉਂਦੇ ਸਾਰ ਹੀ ਇਹ ਵਿਅਕਤੀ ਦੇ ਸਰੀਰ ਦੇ ਵਿੱਚ ਕਰੋਨਾ ਵਾਇਰਸ ਦੇ ਲੱਛਣਾਂ ਨੂੰ ਬੇਹੱਦ ਆਸਾਨੀ ਨਾਲ ਪਹਿਚਾਣੇਗੀ। ਬਾਅਦ ਵਿੱਚ ਵਾਇਰਸ ਨੂੰ ਫਿਲਟਰ ਕਰਕੇ ਖੂਨ ਦੇ ਵਿੱਚੋਂ ਬਾਹਰ ਵੀ ਕੱਢੇਗੀ। ਇਹ ਰਿਪੋਰਟ ਨਿਊਯਾਰਕ ਟਾਈਮਜ਼ ਦੇ ਵਿੱਚ ਛਪੀ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਟੈਕਨੋਲੋਜੀ ਨੂੰ ਡਿਫੈਂਸ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ, ਜਿਸ ਨੂੰ DARPA ਕਿਹਾ ਜਾਂਦਾ, ਉਹਨਾਂ ਨੇ ਵਿਕਸਿਤ ਕੀਤਾ ਹੈ। ਇਸ ਟੀਮ ਨੂੰ ਲੀਡ ਕਰਨ ਵਾਲੇ ਪੈਂਡੈਮਿਕ ਐਕਸਪਰਟ ਰਿਟਾਇਰਡ ਕਰਨਲ ਡਾਕਟਰ ਮੈਟ ਨੇ ਇਹ ਦਾਅਵਾ ਕੀਤਾ ਹੈ ਕਿ COVID-19 ਦੁਨੀਆ ਦੀ ਅੰਤਮ ਮਹਾਮਾਰੀ ਹੋਏਗੀ। ਡਾਕਟਰ ਮੈਟ ਦੇ ਮੁਤਾਬਕ ਚਿਪ ਵਿੱਚ ਇੱਕ ਜੈਲ ਪਾਈ ਗਈ ਹੈ ਜੋ ਕੁਝ ਹੱਦ ਤੱਕ ਟਿਸ਼ੂ ਵਰਗੀ ਨਜ਼ਰ ਆਉਂਦੀ ਹੈ। ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਖੂਨ ਦੀ ਲਗਾਤਾਰ ਜਾਂਚ ਕਰਦੀ ਰਹੇਗੀ ਅਤੇ ਰਿਪੋਰਟ ਵੀ ਦੇਵੇਗੀ, ਅਤੇ ਇਹ ਰਿਜ਼ਲਟ 3 ਤੋਂ 5 ਮਿੰਟ ਦੇ ਅੰਦਰ ਕੱਢ ਕੇ ਦੇਵੇਗੀ। ਇਸ ਦੇ ਲਈ ਪੈਂਟਾਗਨ ਦੀ ਇੱਕ ਸਹਿਯੋਗੀ ਪੈਥੋਲੋਜੀ ਸੰਸਥਾ ਸਹਿਯੋਗ ਨਾਲ ਖੂਨ ਦੀ ਜਾਂਚ ਲਈ ਡਾਇਲਿਸਿਸ ਦੀ ਤਰ੍ਹਾਂ ਇੱਕ ਮਸ਼ੀਨ ਵਿਕਸਿਤ ਕਰ ਦਿੱਤੀ ਗਈ ਹੈ ਅਤੇ ਮਨੁੱਖੀ ਸਰੀਰ ਦੇ ਅੰਦਰ ਇੱਕ ਮਾਈਕਰੋਚਿਪ ਲਾਈ ਜਾਏਗੀ, ਜਿਹੜੀ ਪਹਿਲਾਂ ਜਾਂਚ ਕਰੇਗੀ ਤੇ ਫਿਰ ਉਸ ਵਾਇਰਸ ਨੂੰ ਫਿਲਟਰ ਕਰੇਗੀ। ਸੱਚਮੁੱਚ ਜੇਕਰ ਇਹ ਤਕਨੀਕ ਵੱਡੀ ਮਾਤਰਾ ਦੇ ਵਿੱਚ ਕਾਮਯਾਬ ਹੋਈ ਤਾਂ ਫਿਰ ਡਾਕਟਰ ਮੈਟ ਜਿਸ ਤਰ੍ਹਾਂ ਆਖ ਰਹੇ ਨੇ ਕਿ ਕਰੋਨਾ ਵਾਇਰਸ ਮਹਾਮਾਰੀ ਦੁਨੀਆ ਦੀ ਆਖਰੀ ਮਹਾਮਾਰੀ ਹੋਏਗੀ, ਇਸ ਵਿੱਚ ਕੋਈ ਅਤਕਥਨੀ ਨਹੀਂ। ਪਰ ਹੁਣ ਸਵਾਲ ਇਹ ਹੈ ਕਿ ਇਹ ਕਾਰਗਰ ਕਿੰਨੀ ਸਾਬਤ ਹੁੰਦੀ ਹੈ, ਇਹ ਆਮ ਲੋਕਾਂ ਦੀ ਪਹੁੰਚ ਵਿੱਚ ਕਦੋਂ ਤੱਕ ਆਉਂਦੀ ਹੈ। ਪਰ ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਤਾਂ ਅੱਜ ਸੱਥਰ ਵਿਛ ਰਹੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਅਗਲੀ ਖਬਰ ਪੰਜਾਬੀ ਮਾਂ ਬੋਲੀ ਦੇ ਸਪੂਤ ਜੁਨੈਦ ਅਕਰਮ ਦੇ ਨਾਲ ਸੰਬੰਧਿਤ ਹੈ। ਉਹ ਫੌਤ ਹੋ ਗਏ ਹੈ। ਜਦੋਂ ਮੈਨੂੰ ਇਹ ਖਬਰ ਮਿਲੀ, ਇੰਜ ਮਹਿਸੂਸ ਹੋਇਆ ਜਿਵੇਂ ਪੰਜਾਬੀ ਮਾਂ ਬੋਲੀ ਦੇ ਪੁੱਤਰਾਂ ਨੂੰ, ਅਲੰਬਰਦਾਰਾਂ ਨੂੰ, ਗਾਇਕਾਂ ਨੂੰ, ਕਵੀਆਂ ਨੂੰ, ਸਮਾਜ ਸੇਵੀਆਂ ਨੂੰ ਕੋਈ ਨਜ਼ਰ ਲੱਗ ਗਈ ਹੋਵੇ। ਕੁਝ ਹਫ਼ਤਿਆਂ ਦੇ ਅੰਦਰ ਤੁਸੀਂ ਝਾਤ ਮਾਰ ਕੇ ਦੇਖੋ, ਕਦੇ ਸਰਦੂਲ ਸਿਕੰਦਰ ਦੇ ਇਸ ਦੁਨੀਆ ਤੋਂ ਤੁਰ ਜਾਣ ਦੀ ਖਬਰ ਆਉਂਦੀ ਹੈ, ਕਦੇ ਸੂਫੀ ਗਾਇਕ ਨੌਜਵਾਨ ਕਲਾਕਾਰ ਦਿਲਜਾਨ ਦੇ ਤੁਰ ਜਾਣ ਦੀ ਖਬਰ ਆਉਂਦੀ ਹੈ, ਤੇ ਕਦੇ ਥੋੜੇ ਦਿਨ ਪਹਿਲਾਂ ਪੰਜਾਬੀ ਦਾ ਬੱਬਰ ਸ਼ੇਰ ਆਖਿਆ ਜਾਂਦਾ ਸੀ ਗਾਇਕ ਕਲਾਕਾਰ, ਉਹ ਜਹਾਨ ਤੋਂ ਤੁਰੇ ਹੈ। ਤੇ ਇੱਕ ਦਿਨ ਪਹਿਲਾਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਦਿਲ ਮੁਹੰਮਦ ਤੁਰ ਗਏ ਹੈ। ਤੇ ਅੱਜ ਖਬਰ ਮਿਲ ਰਹੀ ਹੈ ਕਿ ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ ਜਨਾਬ ਜੁਨੈਦ ਅਕਰਮ ਉਹ ਫੌਤ ਹੋ ਗਿਆ। ਉਹਨਾਂ ਨੂੰ ਸਪੁਰਦੇ ਖਾਕ ਵੀ ਕਰ ਦਿੱਤਾ ਗਿਆ। ਉਹ ਪੰਜਾਬੀ ਦੇ ਮਹਾਨ ਸੇਵਾਦਾਰ ਡਾਕਟਰ ਫਕੀਰ ਮੁਹੰਮਦ ਫਕੀਰ ਦੇ ਦੋਹਤਰੇ ਸਨ, ਜਿਨ੍ਹਾਂ ਦੇ ਨਾਂ ਤੇ ਪੰਜਾਬੀ ਯੂਨੀਵਰਸਿਟੀ ਲਾਹੌਰ ਦੇ ਵਿੱਚ ਇੱਕ ਚੇਅਰ ਵੀ ਸਥਾਪਿਤ ਕੀਤੀ ਹੋਈ ਹੈ। ਮੁਹੰਮਦ ਜੁਨੈਦ ਅਕਰਮ 29 ਮਾਰਚ 1964 ਨੂੰ ਜਨਮੇ ਸਨ। ਉਹਨਾਂ ਦਾ ਜਨਮ ਮੀਆਂ ਮੁਹੰਮਦ ਅਕਰਮ ਦੇ ਘਰ ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ ਹੋਇਆ ਸੀ। ਉਹਨਾਂ ਦੇ ਨਾਨਾ ਜੀ ਡਾਕਟਰ ਫਕੀਰ ਮੁਹੰਮਦ ਫਕੀਰ ਪੰਜਾਬੀ ਦੇ ਨਾਮਵਰ ਸ਼ਾਇਰ ਨੇ। ਮੁਹੰਮਦ ਜੁਨੈਦ ਅਕਰਮ ਨੇ MA ਕੀਤੀ, ਪੰਜਾਬੀ ਵਿੱਚ ਕੀਤੀ, ਉਰਦੂ ਵਿੱਚ ਕੀਤੀ, LLB ਕੀਤੀ ਤੇ ਕਿੱਤੇ ਵਜੋਂ ਉਹ ਪ੍ਰੋਫੈਸਰ ਸਨ। ਉਹਨਾਂ ਦੀਆਂ ਕੁਝ ਰਚਨਾਵਾਂ ਬਹੁਤ ਖੂਬਸੂਰਤ ਨੇ, ਜਿੱਥੋਂ ਪਤਾ ਲੱਗਦਾ ਕਿ ਪੰਜਾਬੀ ਪ੍ਰਤੀ ਉਹਨਾਂ ਦਾ ਸਨੇਹ, ਪੰਜਾਬੀ ਪ੍ਰਤੀ ਉਹਨਾਂ ਦੇ ਦਿਲ ਦੇ ਵਿੱਚ ਸਤਿਕਾਰ ਮਾਣ ਕਿੰਨਾ ਕਰਦੇ ਸੀ। ਉਹਨਾਂ ਲਿਖਿਆ ਕਿ ਤੇਰੀ ਮਾਂ ਬੋਲੀ ਹੈ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ। ਤੇਰੀ ਮਾਂ ਬੋਲੀ ਹੈ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ। ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ
बोल पंजाबी। अपनी माँ बोली नूं छड्ड के काहनूं दर-दर रुलदे फिरीए, साडी जिंद ते जान पंजाबी, साडे दिल दे कोल पंजाबी। बहुत सारियां रचनावां ने, तुसीं नैट ते सर्च करके भी उन्होंने पढ़ सकते हो। एक थां होर लिखदे आ हो, कहंदे क्यों पत्थरां दे बुत्ता तेरी सरदल ते सिर भन्ना, क्यों पत्थर दिया बुत्ता तेरी सरदल ते सिर भन्ना, जे तू मेरी कदर नहीं करदा मैं क्यों तेरी मन्ना। बहुत कमाल दीयां रचनावां ਉਹ ਪੰਜਾਬੀ माँ बोली की झोली दे विच पा के तुर गए है ਅਤੇ ਉਹਨਾਂ ਦੇ ਤੁਰ ਜਾਣ ਦੇ ਉੱਤੇ ਅਸੀਂ ਆਪਣੇ ਅਦਾਰੇ ਦੇ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਇਹ ਆਖਿਆ ਜਾ ਸਕਦਾ ਹੈ ਕਿ ਪੰਜਾਬੀ ਦਾ ਇੱਕ ਮਹਾਨ ਸਪੂਤ ਹੋਰ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਹੈ। ਤੇ ਅਗਲੀ ਖਬਰ ਹੈ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਫੈਸਲਾ ਲਿਆ। ਫੈਸਲੇ ਤੋਂ ਕਾਂਗਰਸ ਵੀ ਖੁਸ਼ ਹੈ, ਫੈਸਲੇ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਖੁਸ਼ ਨੇ। ਅਸਲ ਦੇ ਵਿੱਚ ਆਮ ਤੌਰ ਤੇ ਹੁੰਦਾ ਹੈ, ਲੋਕਾਂ ਦੇ ਵਿੱਚ ਇਹ ਇੱਕ ਭਾਵਨਾ ਹੀ ਬਣ ਗਈ ਹੈ, ਰੀਤ ਬਣ ਗਈ ਹੈ, ਪ੍ਰਥਾ ਬਣ ਗਈ ਹੈ ਕਿ ਜਦੋਂ ਵੀ ਕੋਈ ਸੱਤਾਧਾਰੀ ਧਿਰ ਫੈਸਲਾ ਲਵੇਗੀ ਉਹਦੀ ਵਿਰੋਧੀਆਂ ਨੇ ਵਿਰੋਧਤਾ ਕਰਨੀ ਹੈ। ਪਰ ਆਹ ਗੱਲ ਉਸ ਚੀਜ਼ ਦੇ ਉੱਤੇ ਵਿਰਾਮ ਲਗਾਉਂਦੀ ਹੈ ਕਿ ਨਹੀਂ, ਇੰਜ ਨਹੀਂ ਹੁੰਦਾ। ਜੇ ਫੈਸਲੇ ਗਲਤ ਨੇ ਤਾਂ ਹੀ ਸ਼ਾਇਦ ਵਿਰੋਧੀ ਧਿਰਾਂ ਗਲਤ ਨੂੰ ਗਲਤ ਆਖਦੀਆਂ ਨੇ। ਹਰੇਕ ਮੁੱਦੇ ਦੇ ਉੱਤੇ ਸੰਸਦ ਤੋਂ ਸੜਕ ਤੱਕ ਵਿਰੋਧ ਹੀ ਨਹੀਂ ਹੁੰਦਾ, ਹਰੇਕ ਮੁੱਦੇ ਦੀ ਆਪੋਜੀਸ਼ਨ ਨਹੀਂ ਹੁੰਦੀ। ਹੁਣ ਕਾਂਗਰਸ ਵੀ ਉਹਦੀ ਸੱਤਾਧਾਰੀ ਪਾਰਟੀ ਦੀ ਵਿਰੋਧਤਾ ਕਰਦੀ ਹੈ, ਕੇਜਰੀਵਾਲ ਵੀ ਵਿਰੋਧਤਾ ਕਰਦਾ ਹੈ। ਦਰਅਸਲ ਅੱਜ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਭਾਵ CBSE ਦੀ 10ਵੀਂ ਦੀ ਪ੍ਰੀਖਿਆ ਕਰਨ ਉਹ ਵੀ ਰੱਦ ਕਰ ਦਿੱਤੀ ਹੈ। 12ਵੀਂ ਦੀ ਪ੍ਰੀਖਿਆ ਵੀ ਟਾਲਣ ਦੇ ਵਾਸਤੇ ਕੇਂਦਰ ਸਰਕਾਰ ਦੇ ਫੈਸਲੇ ਦੇ ਉੱਤੇ ਕਾਂਗਰਸ ਨੇ ਵੀ ਅਤੇ ਕੇਜਰੀਵਾਲ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕਾਂਗਰਸ ਦੇ ਸੀਨੀਅਰ ਨੇਤਾਵਾਂ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅਤੇ ਮੋਦੀ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਟਵੀਟ ਕੀਤੇ ਨੇ। ਇਸ ਗੱਲ ਨੂੰ ਇਹ ਪ੍ਰਮਾਣ ਵਜੋਂ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਕੇਂਦਰ ਦੀ ਭਾਜਪਾ ਸਰਕਾਰ ਦੇ ਆਪਾਂ ਇਹ ਆਖ ਸਕਦੇ ਹਾਂ ਕਿ ਮੁੱਖ ਵਿਰੋਧੀਆਂ ਵਿੱਚੋਂ ਇੱਕ ਨੇ ਅਰਵਿੰਦ ਕੇਜਰੀਵਾਲ। ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਭਾਰਤ ਦੇ ਵਿੱਚ ਜਿਹੜੇ ਕਰੋਨਾ ਦੇ ਹਾਲਾਤ ਨੇ, ਮੌਜੂਦਾ ਹਾਲਾਤ ਦੇ ਵਿੱਚ ਪ੍ਰੀਖਿਆਵਾਂ ਕਰਵਾਉਣੀਆਂ ਬੱਚਿਆਂ ਦੇ ਉੱਤੇ ਮਾਨਸਿਕ ਤਰੀਕੇ ਨਾਲ ਤਣਾਅ ਬਣਾ ਕੇ ਰੱਖਣਾ ਕੋਈ ਚੰਗੀ ਗੱਲ ਨਹੀਂ ਸੀ। ਉਹਨਾਂ ਨੇ ਕਿਹਾ ਕਿ ਇਹ ਕੰਮ ਚੰਗਾ ਕੀਤਾ ਹੈ। ਸਰਕਾਰ ਨੇ CBSE ਦੀ 10ਵੀਂ ਦੀ ਪ੍ਰੀਖਿਆ ਵੀ ਰੱਦ ਕੀਤੀ ਹੈ, 12ਵੀਂ ਦੀ ਪ੍ਰੀਖਿਆ ਵੀ ਟਾਲਣ ਦਾ ਜਿਹੜਾ ਫੈਸਲਾ ਲਿਆ, ਇਹਦੇ ਉੱਤੇ ਕਾਂਗਰਸ ਆਖ ਰਹੀ ਹੈ ਕਿ ਮੋਦੀ ਸਰਕਾਰ ਨੇ ਚੰਗਾ ਕੰਮ ਕੀਤਾ ਹੈ। ਤੁਸੀਂ ਦੇਖੋ ਕਿ ਮੋਦੀ ਜੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਇਹ ਕਹਿੰਦੇ ਨੇ ਕਿ ਸਾਡੇ ਠੋਸ ਸੁਝਾਅ ਨੂੰ ਮੋਦੀ ਸਰਕਾਰ ਨੇ ਸੁਣ ਲਿਆ। ਕਾਂਗਰਸ ਪਾਰਟੀ ਭਾਰਤ ਵਿੱਚ ਸੁਧਾਰ ਦੇ ਕੰਮ ਦੇ ਲਈ ਵਾਸਤੇ ਹਮੇਸ਼ਾ ਯਤਨਸ਼ੀਲ ਸੀ ਅਤੇ ਰਹੇਗੀ। ਉਹ ਕਹਿੰਦੇ ਇਹ ਸਾਡਾ ਲੋਕਤੰਤਰੀ ਫਰਜ਼ ਹੈ ਕਿ ਅਸੀਂ ਲੋਕਾਂ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਦੇ ਰਹੀਏ। ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਆਖਰਕਾਰ ਭਾਰਤ ਨੂੰ ਆਪਣੇ ਹਿੱਤਾਂ ਤੋਂ ਉੱਪਰ ਸਮਝਿਆ। ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਹੈ ਸਰਕਾਰ ਦੇ ਫੈਸਲੇ ਤੋਂ ਬਾਅਦ। ਟਵੀਟ ਦੇ ਵਿੱਚ ਲਿਖਿਆ ਕਿ ਖੁਸ਼ੀ ਹੈ ਕਿ ਸਰਕਾਰ ਨੇ ਆਖਰਕਾਰ 10ਵੀਂ ਜਮਾਤ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ, ਭਾਵੇਂ ਕਿ ਉਸ ਨੂੰ 12ਵੀਂ ਜਮਾਤ ਨੂੰ ਲੈ ਕੇ ਵੀ ਆਖਰੀ ਫੈਸਲਾ ਲੈਣਾ ਪਵੇਗਾ। ਜੂਨ ਤੱਕ ਬੱਚਿਆਂ ਨੂੰ ਦਬਾਅ ਵਿੱਚ ਰੱਖਣ ਦੀ ਕੋਈ ਤੁੱਕ ਨਹੀਂ ਬਣਦੀ। ਇਹ ਨਿਆਂ ਸੰਗਤ ਨਹੀਂ ਹੈ। ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਹ 12ਵੀਂ ਦੀਆਂ ਪ੍ਰੀਖਿਆਵਾਂ ਤੇ ਵੀ ਹੁਣ ਫੈਸਲਾ ਕਰੇ। ਕੇਜਰੀਵਾਲ ਨੇ ਫੈਸਲੇ ਦਾ ਸਮਰਥਨ ਕੀਤਾ। ਉਹਨਾਂ ਨੇ ਕਿਹਾ ਕਿ PM ਮੋਦੀ ਸਰਕਾਰ ਦੇ ਫੈਸਲੇ ਦੇ ਉੱਤੇ ਮੈਨੂੰ ਅੱਜ ਖੁਸ਼ੀ ਹੈ। ਕਾਰਨ ਕੀ? ਟਵੀਟ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਕਿ ਬੋਰਡ ਪ੍ਰੀਖਿਆ ਰੱਦ ਕੀਤੀ ਜਾਣੀ ਵਿਦਿਆਰਥੀਆਂ ਅਤੇ ਮਾਤਾ-ਪਿਤਾ ਲਈ ਵੱਡੀ ਰਾਹਤ ਦੀ ਖਬਰ ਹੈ। ਇੱਥੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਜੇਕਰ ਉਹ ਲੋਕ ਹਿੱਤਾਂ ਵਿੱਚ ਫੈਸਲੇ ਲਵੇ ਤਾਂ ਵਿਰੋਧੀਆਂ ਦਾ ਵੀ ਕੋਈ ਸਿਰ ਨਹੀਂ ਘੁੰਮਿਆ ਹੁੰਦਾ ਕਿ ਹਰ ਇੱਕ ਕੀਤੇ ਫੈਸਲੇ ਦੀ ਉਹ ਵਿਰੋਧਤਾ ਹੀ ਕਰਨ। ਆ ਦੋਵੇਂ ਕੀਤੇ ਟਵੀਟ ਕੇਜਰੀਵਾਲ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਇਸ ਗੱਲ ਨੂੰ ਸਿੱਧ ਕਰਦੇ ਆ, ਪ੍ਰਮਾਣ ਕਰਦੇ ਆ ਕਿ ਜੇ ਕੰਮ ਕੋਈ ਚੰਗਾ ਕਰੇ ਤਾਂ ਚੰਗੇ ਨੂੰ ਚੰਗਾ ਆਖਿਆ ਜਾਏਗਾ। ਅਗਲੀ ਜਿਹੜੀ ਖਬਰ ਹੈ ਉਹ ਵੀ ਕਰੋਨਾ ਸੰਕਟ ਦੇ ਨਾਲ ਹੈ। ਕਰੋਨਾ ਦਾ ਖੌਫ ਤੁਸੀਂ ਦੇਖੋ ਕਿਵੇਂ ਹੈ। ਬੀਤੇ ਲਗਭਗ ਇੱਕ ਹਫ਼ਤੇ ਤੋਂ ਗੁਜਰਾਤ ਦੇ ਸ਼ਮਸ਼ਾਨ ਘਰਾਂ ਦੇ ਵਿੱਚੋਂ ਭੀੜ ਦੇਖਣ ਨੂੰ ਮਿਲ ਰਹੀ ਹੈ। COVID-19 ਦੇ ਕਾਰਨ ਲੋਕਾਂ ਦੀਆਂ ਜਾਨਾਂ ਲਗਾਤਾਰ ਜਾ ਰਹੀਆਂ ਨੇ ਤੇ ਜਾਨਾਂ ਗਵਾਉਣ ਵਾਲੇ ਲੋਕਾਂ ਦੇ ਸੰਬੰਧੀਆਂ ਨੇ ਦੱਸਿਆ ਕਿ ਆਪਣਿਆਂ ਦਾ ਸੰਸਕਾਰ ਕਰਨ ਦੇ ਵਾਸਤੇ ਉਹਨਾਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਵੀ ਦੱਸਿਆ ਕਿ ਹਿੰਦੂ ਧਰਮ ਦੇ ਵਿੱਚ ਅਸਲ ਦੇ ਵਿੱਚ ਆਮ ਤੌਰ ਤੇ ਸੂਰਜ ਦੇ ਡੁੱਬਣ ਤੋਂ ਪਹਿਲਾਂ ਸੰਸਕਾਰ ਕੀਤਾ ਜਾਂਦਾ ਹੈ,
पर वो कहते इन्हां दिनां दे विच ये रस्मां टुट रहीआं ने। वो कहते लोग कहते आ भावें अद्धी रात नूं सानूं समा मिले, तुसीं समा दिओ अते असीं अपने सके संबंधी दा संस्कार करना चाहुंदे आ। वो कहते हुण रात नूं भी संस्कार कीते जा रहे ने, इहदे बावजूद भी लोकां नूं लंबा समा इंतज़ार करना पै रिहा। सूरत दे विचों खबर मिल रही है, सूरत दे उमरा इलाके दे विच शमशान घर दे विच 2 दिन पहलां रात दे समय इकट्ठियां 25-25 लाशां दा संस्कार किया गया है। वडोदरा विच भी इस तरह की खबर है, शमशान घाटां दे विच भीड़ां वधियां ने, लोकां नूं अद्धी अद्धी रात तक संस्कार करने वास्ते मजबूर होना पै रिहा है। वडोदरा नगर निगम की स्थाई कमेटी के प्रधान ने हतेंद्र पटेल उन्होंने जानकारी दी है कि हालात नाल नजिठण लई इंतजार के घंटे घट करने वास्ते अधिकारियों ने कुछ शमशान घाट होर नवे भी बना दिते, नवा इंतजाम किया गया है। नाल ही जिन्हां शमशान घाटां दे विच हुण अजकल संस्कार नहीं सी कीता जांदा, जिहड़े बंद किए गए सन, उन्हां नूं एक बार फिर तो दोबारा खोल दिता गया है। अहमदाबाद विचों भी इस तरह दी खबरां मिलियां ने। मृतक लोगों के परिवारां ने दावे किए है कि उन्हां नूं अपने दा संस्कार करने दे वास्ते 8-8 घंटियां तो वध समय का इंतजार करना पै रिहा है। वो कहते उत्थे 2 मुख शमशान घाटां दे विच कई घंटियां तक इंतजार ते लंबियां कतारां लोकां दीयां बाहर भी देखियां जा सकदियां ते अंदर भी देखा जा सकदा। सतीशगढ़ तो भी मामलिਆਂ ਦੇ ਵਿੱਚ लगातार वाधा ਤੇ ਮ੍ਰਿਤਕਾਂ ਦੀ ਗਿਣਤੀ भी लगातार ਵਧਣ ਲੱਗੀ ਤੇ ਡਰਾਉਣੀ ਹੈ। ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਡਰਾਉਣੀਆਂ ਨੇ। ਹਾਲੇ ਵੀ ਕੁਝ ਲੋਕ ਆਖ ਰਹੇ ਨੇ ਕਿ ਕਰੋਨਾ ਨਾਂ ਦੀ ਬਿਮਾਰੀ ਕੋਈ ਨਹੀਂ, ਬਿਮਾਰੀ ਹੈ ਜਾਂ ਨਹੀਂ, ਪਰ ਆ ਤਸਵੀਰਾਂ ਕੀ ਤਸਦੀਕ ਕਰਦੀਆਂ ਨੇ ਇਹ ਤੁਹਾਡੇ ਸਾਹਮਣੇ ਹੈ। ਇੱਥੋਂ ਪਤਾ ਲੱਗ ਰਿਹਾ ਹੈ ਕਿ ਉੱਥੋਂ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਡਾਕਟਰ ਭੀਮ ਰਾਓ ਅੰਬੇਦਕਰ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਲਾਸ਼ਾਂ ਰੱਖਣੀਆਂ ਇਸ ਵਕਤ ਸੰਭਵ ਨਹੀਂ ਨੇ। उधर रायपुर शहर के विचों भी शमशान घाटां की गिणती वधाए जाण दीयां खबरां ने। छत्तीसगढ़ दे विच कोरोना वायरस के पीड़ितां की गिणती लगातार वधी है। सोशल मीडिया के उत्ते बहुत सारियां तस्वीरां वायरल हो रही ने। वीडियो दे विच राजधानी रायपुर के सब तो वड्डे सरकारी हस्पताल के मुरदा घर की आ तस्वीर असीं तुहाडे नाल सांझी कर रहे हैं। देखो किन्नियां लाशां उत्थे रखियां नज़र आ रही ने, जिन्हां दा अंतिम संस्कार हले कीता जाना है। इन्हां चों कुछ लाशां तुसीं स्ट्रैचर ते देख रहे हो तो कुछ लाशां जमीन ते रखियां हुईयां ने। यही हाल उत्थों के गुआढ़ी जिले दुर्ग का भी दस्सिया जा रहा है। उत्थे भी काफ़ी गिणती विच लोकां दीयां मौतां हो रही ने। उत्थे ना तो मुरदा घरां दे विच लाशां रखण वास्ते थावां ने, ना शमशान घाटां दे विच संस्कार करन वास्ते थां है। इस करके अद्धी अद्धी रात तक लोकां नूं उड़ीक करनी पै रही है। तो हुण आपां पंजाब वाले पासे आ जाइए। अज प्रोग्राम पंजाब बोलदा दे विच तुहाडे नाल खबरां साझीआं कीतीआं सी कि जलंधर दे विच पहुंचे सी सुखबीर सिंह बादल। सुखबीर सिंह बादल होरां ने उत्थे अनाउंसमेंट कीती सी कि जेकर साडी सरकार आवे तां असीं उप मुख मंत्री किसी दलित भाईचारे चों बनावांगे। हैरानी है वैसे, जे उप मुख मंत्री किसी दलित भाईचारे चों बनाउणगे तो फिर आप की करनगे। ते दूसरे पासे भारतीय जनता पार्टी ने करारा ट्वीट कीता है। वो कहते ये सुखबीर सिंह बादल बिल्कुल झूठ बोल रहे हैं। वो कहते पिछलियां 2 टर्मां दे विच दलित भाईचारे नाल संबंधित विधायक भी सन। असीं वार-वार जोर भी लाउंदे रहे कि उप मुख मंत्री भाई साडी पार्टी दा बनाओ। वो कहते ये बिल्कुल नहीं सी मन्ने। वो कहते सिर्फ तो सिर्फ वोटां वास्ते राजनीति कर रहे हैं, इहदे तो इलावा कुछ नहीं। पर दूसरी गल, वोटां दी राजनीति भला किहड़ी पार्टी नहीं करदी। हर एक पार्टी ने अड्डी चोटी का जोर लाया होया है कि वह धर्म का पत्ता खेड के, जात पात का पत्ता खेड के किसी न किसी तरीके सत्ता हथिया लवे। कैप्टन अमरिंदर सिंह ने भी ऐलान कर दिता है कि 30% भाईवाली होगी दलित भाईचारे की। पंजाब दे विच वड्डे चेहरे अते केंद्र दे विच वजीरियां मोदी सरकार ने जिहड़ियां दित्तियां होईयां ने, तुसीं आप देख लो कि वह किहड़े भाईचारे नूं दित्तियां होईयां ने। ते हर एक पार्टी जोर लाउंदी है कि दलित भाईचारे नूं अपने वल खिच्चिया जा सके अते उन्हां दे वोट बैंक के उत्ते कब्जा किया जा सके। पर आ खबर नवें समीकरण पैदा कर सकती है पंजाब की राजनीति विच, क्योंकि खबर यह है कि राज सभा मैंबर ने सुखदेव सिंह ढींडसा उन्होंने अज एक नवा ही शगूफा कढ़ मारिया। गलबात कर रहे सी, वो कहते श्रोमणी अकाली दल डेमोक्रेट्स जिहड़ा हले कुछ महीने पहला उन्होंने बनाया सी, हले कुछ समा होया। तो दूसरे पासे
ਅਕਾਲੀ ਦਲ ਬਾਦਲ ਦੇ ਨਾਲ ਨਾਰਾਜ਼ ਹੋਏ ਸਨ ਅਕਾਲੀ ਟਕਸਾਲੀ। ਉਹਨਾਂ ਨੇ ਆਪਣਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਲਿਆ ਸੀ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਦੱਸਿਆ ਕਿ ਅਸੀਂ ਆਪਣੀ ਇਕਾਈ, ਅਸੀਂ ਆਪਣੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੋਵਾਂ ਨੇ ਆਪੋ ਆਪਣੀਆਂ ਪਾਰਟੀਆਂ ਭੰਗ ਕਰ ਦੇਣੀਆਂ ਨੇ। ਤੇ ਫਿਰ ਜੇ ਭੰਗ ਕਰ ਦੇਣੇ ਨੇ ਕੀਤਾ ਕੀ ਜਾਣਾ ਹੈ। ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ, ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਦੋਵਾਂ ਪਾਰਟੀਆਂ ਨੂੰ ਭੰਗ ਕਰਕੇ ਅਸੀਂ ਇੱਕ ਪਾਰਟੀ ਬਣਾ ਲੈਣੀ ਹੈ। ਇੱਕ ਸਾਂਝੀ 6 ਮੈਂਬਰੀ ਕਮੇਟੀ ਬਣਾ ਲਈ ਹੈ। ਢੀਂਡਸਾ ਹੋਰਾਂ ਨੇ ਦੱਸਿਆ ਕਿ ਪੰਜਾਬ ਦੀ ਤਰੱਕੀ ਲਈ, ਪੰਜਾਬ ਦੀ ਖੁਸ਼ਹਾਲੀ ਲਈ ਕਾਂਗਰਸ ਨੂੰ, ਬਾਦਲਾਂ ਨੂੰ ਤੇ ਭਾਜਪਾ ਨੂੰ, ਇਹਨਾਂ ਨੂੰ ਸਿਆਸਤ ਤੋਂ ਲਾਂਭੇ ਕਰਨ ਦੇ ਵਾਸਤੇ ਇਸ ਸਮੇਂ ਦੀ ਸਖਤ ਜ਼ਰੂਰਤ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਰਵਾਇਤੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਧਿਰਾਂ ਇਕੱਠੀਆਂ ਹੋਣ, ਇਕੱਠੀਆਂ ਹੋ ਕੇ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ। ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਬ੍ਰਹਮਪੁਰਾ ਅਤੇ ਉਹਨਾਂ ਨੇ ਪਹਿਲ ਕਦਮੀ ਕਰਦਿਆਂ ਨਵੀਂ ਪਾਰਟੀ ਬਣਾਉਣ ਵਾਸਤੇ ਗੱਲਬਾਤ ਸ਼ੁਰੂ ਕੀਤੀ ਸੀ ਜੋ ਸਿਰੇ ਚੜ੍ਹਨ ਵਾਲੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ 17 ਅਪ੍ਰੈਲ ਨੂੰ ਇਸ ਨਵੀਂ ਪਾਰਟੀ ਦਾ ਰਸਮੀ ਐਲਾਨ ਹੋ ਸਕਦਾ, ਸੰਭਾਵਨਾ ਹੈ। ਇੱਥੇ ਮੈਂ ਇਹ ਵੀ ਦੱਸ ਦਿਆਂ, ਜਦੋਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਸ ਬਣਿਆ ਸੀ ਉਸ ਵਕਤ ਵੀ ਇਹਨਾਂ ਵਿਚਕਾਰ ਗੱਲਬਾਤ ਚੱਲੀ ਸੀ, ਕਿਉਂਕਿ ਲੰਬਾ ਸਮਾਂ ਦੋਵੇਂ ਹੀ ਇੱਕ ਪਾਰਟੀ ਵਿੱਚ ਰਹੇ ਨੇ ਇਹ ਆਗੂ। ਬ੍ਰਹਮਪੁਰਾ ਸਾਹਿਬ ਤੇ ਸੁਖਦੇਵ ਸਿੰਘ ਢੀਂਡਸਾ ਹੁਣ ਆਖਰਕਾਰ ਉਸ ਸਥਾਨ ਤੇ ਆ ਕੇ ਖੜੇ ਹੋ ਗਏ ਹੈ ਕਿ ਸਮਾਂ ਮੰਗ ਕਰਦਾ ਹੈ ਬਹੁਤੇ ਅਕਾਲੀ ਦਲ ਬਹੁਤੀਆਂ ਪਾਰਟੀਆਂ ਨਾ ਬਣਾਈਆਂ ਜਾਣ। ਵੇਖਦੇ ਹਾਂ ਕਿ ਕੀ 17 ਅਪ੍ਰੈਲ ਨੂੰ ਰਸਮੀ ਤੌਰ ਤੇ ਇਸ ਨਵੀਂ ਪਾਰਟੀ ਦਾ ਐਲਾਨ ਹੁੰਦਾ। ਜੇ ਹੁੰਦਾ ਤੇ ਉਹਦਾ ਨਾਮ ਕੀ ਰੱਖਿਆ ਜਾਏਗਾ ਅਤੇ ਨਾਲ ਉਹਦਾ ਪ੍ਰਧਾਨ ਕੌਣ ਹੋਵੇਗਾ, ਕਿਉਂਕਿ ਪ੍ਰਧਾਨਗੀਆਂ ਤੇ ਬੜੀ ਵਾਰੀ ਰੌਲੇ ਪਏ ਹੈ। ਤੇ ਅਗਲੀ ਗੱਲ ਕਿ ਇਹਨਾਂ ਨਾਲ ਫਿਰ ਕੋਈ ਹੋਰ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਛੱਡ ਕੇ ਨਾਲ ਮਿਲਦਾ ਜਾਂ ਇਹ ਸਿਰਫ ਤੇ ਸਿਰਫ ਜਿਹੜੇ ਹੁਣ ਦੋ ਪਾਰਟੀਆਂ ਵਾਲੇ ਨੇ ਸਿਰਫ ਉਹੀ ਇੱਕ ਦੂਸਰੇ ਵਿੱਚ ਮਰਜ ਕਰਦੇ ਹੈ। ਵੇਖਣਾ ਹੋਏਗਾ, ਪਰ ਪੰਜਾਬ ਦੀ ਸਿਆਸਤ ਤੇ ਇਹ ਨਵੇਂ ਸਮੀਕਰਨ ਨੇ। ਅਗਲੀ ਵੱਡੀ ਖਬਰ ਹੈ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਨਾਲ ਸੰਬੰਧਿਤ। ਇੱਕ ਤੋਂ ਬਾਅਦ ਇੱਕ ਲਗਾਤਾਰ ਉਹ ਧਮਾਕੇ ਕਰ ਰਹੇ ਹੈ। ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀकांड ਮਾਮਲਾ ਬੀਤੇ ਕਈਆਂ ਦਿਨਾਂ ਤੋਂ ਸੁਰਖੀਆਂ 'ਚ ਹੈ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਅਸਤੀਫਾ ਦੇ ਦਿੱਤਾ ਸੀ। ਅਸਤੀਫੇ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਵੱਡਾ ਧਮਾਕਾ ਕਰ ਦਿੱਤਾ ਹੈ। ਉਹਨਾਂ ਨੇ ਅਸਤੀਫਾ ਦਿੱਤਾ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਸੀ। ਪਰ ਇਹ ਨਾ ਮਨਜ਼ੂਰ ਕਰਨ ਦੇ ਬਾਵਜੂਦ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਆਪਣੇ ਫੈਸਲੇ ਤੇ ਅੜੇ ਹੋਏ ਨੇ ਕਿ ਅਸਤੀਫਾ ਮੈਂ ਵਾਪਸ ਨਹੀਂ ਲੈਣਾ। ਉਹਨਾਂ ਨੇ ਆਪਣੀ ਫੇਸਬੁੱਕ ਦੇ ਉੱਤੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਅੱਗੋਂ ਲਈ ਵੀ ਸਮਾਜ ਸੇਵਾ ਕਰਦੇ ਰਹਿਣਗੇ, ਪਰ IPS ਅਫਸਰ ਦੇ ਤੌਰ ਤੇ ਨਹੀਂ। ਫੇਸਬੁੱਕ ਤੇ ਪਾਈ ਪੋਸਟ ਵਿੱਚ ਉਹਨਾਂ ਲਿਖਿਆ ਹੈ, ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਇਹ ਲਾਈਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀਆਂ ਨੇ। ਉਹਨਾਂ ਲਿਖਿਆ, ਸੇਵਾ ਦੇਸ਼ ਦੀ ਜਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਉਹਨਾਂ ਲਿਖਿਆ, ਮੈਂ ਆਪਣਾ ਕੰਮ ਕੀਤਾ, ਕੋਈ ਅਫਸੋਸ ਨਹੀਂ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੁੱਦੇ ਨੂੰ ਗਲੈਮਰਸ ਜਾਂ ਇਹਦੇ ਉੱਤੇ ਰਾਜਨੀਤੀ ਨਾ ਕਰੋ। ਮੇਰੀ ਰਿਪੋਰਟ ਅਤੇ ਚਾਰਜ ਸ਼ੀਟ ਦਾ ਹਰ ਇੱਕ ਸ਼ਬਦ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਦੋਸ਼ੀ ਮਨ ਸੱਚ ਦੇ ਸ਼ੀਸ਼ੇ ਦੇ ਸਾਹਮਣੇ ਖੜਨ ਦੀ ਹਿੰਮਤ ਨਹੀਂ ਕਰ ਸਕਦੇ। ਮੈਂ ਅੰਤਮ ਫੈਸਲੇ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ 'ਚ ਅਪੀਲ ਦਾਇਰ ਕੀਤੀ ਹੈ। ਮੇਰੀ ਸੂਝ ਅਤੇ ਕਾਨੂੰਨ ਦੇ ਗਿਆਨ ਅਨੁਸਾਰ ਸਭ ਤੋਂ ਉੱਤਮ ਅਦਾਲਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ। ਮੈਂ ਸਮਾਜ ਦੀ ਸਰਬ ਉੱਤਮ ਤਰੀਕੇ ਨਾਲ ਸੇਵਾ ਜਾਰੀ ਰੱਖਾਂਗਾ, ਹਾਲਾਂਕਿ IPS ਵਜੋਂ ਨਹੀਂ। ਭਾਵੇਂ IG ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਭੇਜਿਆ ਅਸਤੀਫਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਣਾ ਬਣਦਾ ਕਿ ਨਾ ਮਨਜ਼ੂਰ ਕਰ ਦਿੱਤਾ ਹੈ, ਪਰ ਇਹਦੇ ਬਾਵਜੂਦ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਆਪਣੇ ਫੈਸਲੇ ਤੇ ਹਾਲ ਦੀ ਘੜੀ ਤੱਕ ਕਾਇਮ ਨੇ। ਉਹ ਕਹਿੰਦੇ ਮੈਂ ਅਸਤੀਫਾ ਵਾਪਸ ਨਹੀਂ ਲੈਣਾ। ਹੁਣ ਉਹਨਾਂ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੀ ਸਿਆਸਤ ਲਗਾਤਾਰ ਗਰਮਾ ਰਹੀ ਹੈ, ਭਖੀ ਪਈ ਹੈ। ਲੋਕ ਕਿਆਸ ਰਾਈਆਂ ਲਾ ਰਹੇ ਨੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਜਿਹੜਾ ਇਸ਼ਾਰਾ ਦੇ ਦਿੱਤਾ ਹੈ ਕਿ ਇੱਕ IPS ਅਫਸਰ ਦੇ ਵਜੋਂ ਹੁਣ ਉਹ ਸੇਵਾ ਨਹੀਂ ਕਰਨਗੇ, ਪਰ ਸੇਵਾ ਜਾਰੀ ਰੱਖਣਗੇ। ਫਿਰ ਪਤਾ ਲੱਗ ਰਿਹਾ ਕਿ ਸ਼ਾਇਦ ਉਹ ਆਉਣ ਵਾਲੀ ਵਿਧਾਨ ਸਭਾ ਚੋਣ ਲੜਨਗੇ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅੱਜ ਦੁਪਹਿਰ ਵਕਤ ਮੁਲਾਕਾਤ ਕੀਤੀ। ਸੂਤਰਾਂ ਨੇ ਦੱਸਿਆ ਕਿ ਇਹ ਮੁਲਾਕਾਤ ਲਗਭਗ 1 ਘੰਟਾ ਚੱਲਦੀ ਰਹੀ। ਪੁਲਿਸ ਅਫਸਰ ਤੋਂ ਅਸਤੀਫਾ ਵਾਪਸ ਲੈਣ ਲਈ ਲਗਾਤਾਰ ਜ਼ੋਰ ਪਾਇਆ ਗਿਆ।
पर वो कहते नहीं, मैं अस्तीफा वापस नहीं लेना, मेरे काम के उत्ते मेरी ईमानदारी के उत्ते शक किया गया है। फिर इस करके जदों वो अड़े हुए ने तो कैप्टन अमरिंदर सिंह उन्होंने मनाउण दीयां कोशिशां कर रहे ने, पर दूसरे पासे पंथक हलकों के विच चर्चा छिड़ गई है कि आही तो बंदा सी जिहड़े तो सानू इंसाफ की आस वजी सी। ते कल नवजोत सिंह सिद्धू होरां ने भी उन्होंने भी एक जानकारी साझी की सी कि जदों मैं संसद मैंबर सी, अमृतसर दे विच एक मेरा मित्र मैनू मिलण वास्ते आया, उहदा रस्ते दे विच बटूआ किसी ने मार लिया, बटूआ कढ़ लिया, चोरी हो गई। कहते मैं कुंवर विजय प्रताप सिंह होरां नाल फोन ते गलबात की, उन्होंने दस्सिया कि किहड़े स्थान ते पॉकेट मार के मारी हुई है। वो कहते 2 घंटिया के अंदर अंदर वो कहते इन्हां दी ईमानदारी ते शक नहीं किया जा सकता। मैनूं पता कि कुंवर विजय प्रताप सिंह होरी किहड़े तरीके नाल काम करदे है। कुंवर विजय प्रताप के हक में नवजोत सिंह सिद्धू बोले है, उहदे तो बाद उन्हां दी पोस्ट पैंदी है। लोग इन्हां नूं हुण तोड़ तोड़ के जोड़ जोड़ के वेख रहे है कि कुंवर विजय प्रताप सिंह होरी जे अपने स्टैंड ते कायम रहे तो लोग चाहणगे कि वह चोणां विच खड़न, चोण लड़न ते शायद लोग उन्हां नूं जिताउण भी। तो हुण परख की घड़ी आ गई है पंजाब सरकार के वास्ते, क्योंकि ये कांड, ये गोली कांड लगातार गरमा रहा है। इहदी जिहड़ी 45 जिहड़ी जांच रिपोर्ट सी वो पंजाब ते हरियाणा हाई कोर्ट ने रद्द कर दी है। ये रिपोर्ट रद्द किए जाने तो बाद लगातार सवाल ते सवालों के घेरे दे विच जांच टीम भी है। हुण पंजाब सरकार लई आउण वाली 20 तरीक 20 अप्रैल परख की घड़ी होनी है। कारण है कि बहबल कलां गोली कांड दे विच नामजद अद्धी दर्जन के नेड़े तेड़ पुलिस अधिकारी ने जिन्हां ने पंजाब ते हरियाणा हाई कोर्ट दे विच एक पटीशन दायर कर दी है। पटीशन दायर करके बहबल कलां गोली कांड की समुची पड़ताल नूं रद्द करने की मांग कर दी है। जस्टिस अनीता सरीन 20 अप्रैल नूं इस संबंधी कोई अपना अंतिम फैसला सुना सकते हैं। ਇਹਦੇ ਵਿੱਚ ਡੀਜੀਪੀ ਸੁਮੇਧ ਸੈਣੀ ਜਿਹੜੇ ਉਸ ਵਕਤ ਦੇ ਸਨ, ਉਸ ਵਕਤ ਦੇ ਆਈਜੀ ਪਰਮਰਾਜ ਉਮਰਾ ਨੰਗਲ, ਸਾਬਕਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਅਤੇ ਬਾਕੀ ਪੁਲਿਸ ਅਧਿਕਾਰੀਆਂ ਨੇ ਜਿਹੜੇ ਆਧਾਰ ਤੇ ਕੋਟਕਪੂਰਾ ਗੋਲੀकांड ਦੀ ਪੜਤਾਲ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਉਸੇ ਨੂੰ ਇਹ ਆਧਾਰ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਬਣਾ ਲਿਆ। ਬਹਿਬਲ ਕਲਾਂ ਗੋਲੀकांड ਦੀ ਰਿਪੋਰਟ ਨੂੰ ਇਹਨਾਂ ਨੇ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਹੈ। ਹੁਣ ਪੰਜਾਬ ਸਰਕਾਰ ਕੀ ਕਰੂ? पंजाब सरकार बहबल कलां गोलीकांड की रिपोर्ट बनाने लई ते बचाउण वास्ते अड्डी चोटी का जोर लाउंदी रही है तो हुण भी वो ला रही है। अते नाल ही पंजाब सरकार ने हाई कोर्ट में दावा किया है कि कुंवर विजय प्रताप वाली जांच रिपोर्ट पूरी तरह निरपक्ष है, तत्थां ते आधारित है अते मुलजमां नूं जांच अधिकारी बदलण की मंग करन दा कोई संविधानक हक नहीं। हुण भरोसेयोग सूत्रां तो पता यह भी लग रहा है कि चार्जशीट 15 अप्रैल तो बाद अदालत में किसी भी वेले पेश की जा सकती सी, जिस विच पंजाब के चोटी के सियासी आगुओं के नाम भी दसे जा रहे सी। पर ये तो पहला कुंवर विजय प्रताप की जांच टीम नूं गैर कानूनी ऐलानिया जाना, जिस करके चार्जशीट अदालत में पेश होने की हुण संभावना बहुत घट गई है। तो IG कुंवर विजय प्रताप ने इस मामले उपर अपनी कोई प्रतिक्रिया नहीं सी दित्ती। सिख जथेबंदियां ने कोटकपूरा गोलीकांड की पड़ताल जिहड़ी रिपोर्ट रद्द करने की खबर मिल रही है, उहदे रोस के वजों 15 अप्रैल नूं फरीदकोट की अदालत के सामने रोस प्रगटाउण का ऐलान कर दिता है। 19 अप्रैल वाले दिन हाई कोर्ट के बाहर भी वो कहते रोस किया जाएगा। रोस इस मामले च किया जाना है कि बड़ी तनदेही नाल ये जांच रिपोर्ट तैयार की गई सी। हुण जदों मामला फैसला लैण दा आया सी, समा फैसला लैण दा आया सी, दोषियों नूं नशर किए जाण दा आया सी, दोषियों नूं सज़ावां सुणाउण दा आया सी, उस वेले ये जांच रिपोर्ट रद्द कर दी गई है। वेखदे हां कि आउण वाले दिनां दे विच ये मामला होर किन्ना क गरमाउंदा है। कि पंजाब सरकार इस मसले ते कोई होर सख्त स्टैंड लैंदी है जां नहीं, पर उन्हां वास्ते परख दी घड़ी जरूर है। अगली खबर किसानी संघर्ष के विचों निकल के आई है। खेती कानूनों के खिलाफ संघर्ष चल रहा है। ਇਹਦੇ ਵਿੱਚ अनेकों लोग योगदान पा रहे हैं तो बहुत सारे अपनियां जानां कुर्बान कर गए है। जानकारी मिल रही है कि 60 ਕੁ ਵਰਿਆਂ ਦੇ ਭੁਟਾਲ ਕਲਾਂ ਦੇ ਰਹਿਣ ਵਾਲੇ ਦਰਬਾਰਾ ਸਿੰਘ ਦੀ मौत हो गई है। जानकारी मिली है कि संघर्ष के विच योगदान पाउण वास्ते दरबारा सिंह टिकरी सरहद गए हुए सन। उन्हां दी उत्थे सेहत विगड़ी अते पिंड वापस परत के अज सवेर वक्त उन्हां दी मौत हो गई। दस्सिया जा रहा है कि दरबारा सिंह एक छोटे किसान सन।
ਉਹਨਾਂ ਦੀ ਪਤਨੀ ਮੁਖਤਿਆਰ ਕੌਰ ਲੰਬੀ ਬਿਮਾਰੀ ਦੇ ਕਾਰਨ ਕਈ ਵਰ੍ਹਿਆਂ ਤੋਂ ਮੰਜੇ ਤੇ ਪਈ ਹੈ। ਦਰਬਾਰਾ ਸਿੰਘ ਦੀ ਨੂੰਹ ਪਰਮਜੀਤ ਕੌਰ ਦਾ ਵੀ ਉਹਦਾ ਇਲਾਜ ਚੱਲ ਰਿਹਾ ਤੇ ਉਹਨਾਂ ਦੀ ਲੱਤ ਦੇ ਵਿੱਚ ਨੁਕਸ ਪੈ ਜਾਣ ਕਾਰਨ ਬੀਤੇ ਲੰਬੇ ਸਮੇਂ ਤੋਂ ਇਲਾਜ ਕਰਵਾਇਆ ਜਾ ਰਿਹਾ ਹੈ। ਘਰੇਲੂ ਬਿਮਾਰੀਆਂ ਦੇ ਕਾਰਨ ਇਹਦੇ ਖਰਚੇ ਦੇ ਉੱਤੇ ਦਰਬਾਰਾ ਸਿੰਘ ਦਾ ਬੀਤੇ ਕੁਝ ਸਾਲਾਂ ਦੇ ਵਿੱਚ 8 ਤੋਂ 10 ਲੱਖ ਰੁਪਈਆ ਖਰਚ ਹੋ ਚੁੱਕਿਆ ਹੈ। ਘਰੇਲੂ ਪਰੇਸ਼ਾਨੀਆਂ ਦੇ ਬਾਵਜੂਦ ਦਰਬਾਰਾ ਸਿੰਘ ਦੇ ਬਾਬਤ ਦੱਸਿਆ ਗਿਆ ਕਿ ਬੀਤੇ ਕਈ ਵਰ੍ਹਿਆਂ ਤੋਂ ਉਹ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਜਿੰਨੇ ਵੀ ਪ੍ਰੋਗਰਾਮ ਉਲੀਕੇ ਜਾਂਦੇ ਸਨ ਉਹਨਾਂ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਸਨ। ਮੌਕੇ ਤੇ ਪਿੰਡ ਦੇ ਸਰਪੰਚ ਰਾਜ ਸਿੰਘ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਨੇ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਸਾਨ ਦਰਬਾਰਾ ਸਿੰਘ ਨੂੰ ਕਿਸਾਨ ਅੰਦੋਲਨ ਦਾ ਸ਼ਹੀਦ ਕਰਾਰ ਦਿੱਤਾ ਹੈ। ਉਹਨਾਂ ਦੀ ਦੇਹ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਵਿੱਚ ਲਪੇਟ ਕੇ ਉਹਨਾਂ ਦਾ ਸੰਸਕਾਰ ਕੀਤਾ ਹੈ। ਕਿਸਾਨ ਆਗੂਆਂ ਨੇ ਤੇ ਪਿੰਡ ਦੀ ਪੰਚਾਇਤ ਨੇ ਸਰਕਾਰ ਦੇ ਕੋਲੋਂ ਦਰਬਾਰਾ ਸਿੰਘ ਦੇ ਪਰਿਵਾਰ ਲਈ ਘੱਟੋ ਘੱਟ 10 ਲੱਖ ਰੁਪਏ ਦਾ ਮੁਆਵਜ਼ਾ, ਕਰਜ਼ ਮੁਆਫੀ ਅਤੇ ਪਰਿਵਾਰ ਦੇ ਜੀਅ ਨੂੰ ਇੱਕ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ, ਕੁਝ ਜਾਣਕਾਰੀਆਂ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ। ਤੁਹਾਡੇ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।